ਵੀ ਕਿੰਨੇ ਕੁ ਇੰਟਰਸਟ ਰੇਟ ਵਧੇ ਨੇ ਤੇ ਵੱਧ ਕੇ ਕਿੱਥੇ ਪਹੁੰਚੇ ਨੇ? 5.45 ਸੀ ਤੇ ਹੁਣ 50 ਬਿਪਸ ਵੱਧ ਕੇ 5.95 ਹੋ ਗਏ। ਹੁਣ ਅਸਰ ਕੀ ਪਊਗਾ ਗਾ? ਕਿਸ ਢੰਗ ਸਿਨੈਰੀਓ ਕਿਵੇਂ ਚੇਂਜਸ ਹੋਣਗੇ? ਪਰ ਇਹ ਇਨਫਲੇਸ਼ਨ ਜੋ ਕੱਢਣ ਦੀ ਲੋਕਾਂ ਦੀਆਂ ਚੀਕਾਂ ਨਿਕਲ ਗਈਆਂ। ਅਗਲੇ ਬੰਨੇ ਜੋ ਸੈਸ਼ਨ ਆ ਗਿਆ, ਮਤਲਬ ਇਹ ਤੇ ਲੋਕ ਰਹਿਣੇ ਨਹੀਂ, ਪੱਬਾਂ ਭਾਰ ਜੀ ਲੋਕਾਂ ਦਾ ਤੇ ਹੋਰ ਹੀ ਕੁਝ ਬਣ ਜਾਣਾ। ਕਿਉਂਕਿ ਔਖਾ ਤੇ ਇਸ ਵਕਤ ਬੈਂਕਾਂ ਲਈ ਵੀ ਨਾਲ ਹੀ ਉਹਨਾਂ ਹੋਣਾ ਹੈ। ਜਦੋਂ ਲੋਕੀ ਛੱਡੀ ਗਏ, ਭੱਜੇ ਗਏ, ਤੇ ਫਿਰ ਤੇ ਬੈਂਕਾਂ ਨੇ ਵੀ ਨਹੀਂ ਜਿਉਂਦਾ ਰਹਿਣਾ ਨਾ ਉਸ ਤਰੀਕੇ। ਕੀ ਗਵਰਨਮੈਂਟ ਨੂੰ ਇਹ ਲੋਕਾਂ ਦੀ ਤੰਗੀ ਜਾਂ ਇਹ ਸਾਰਾ ਕੁਝ ਲੱਭਦਾ ਨਹੀਂ ਪਿਆ ਕਿ ਵਾਕਈ ਜੀ ਇਹਦੇ ਨਾਲ ਇਨਫਲੇਸ਼ਨ ਕੰਟਰੋਲ ਹੋ ਰਿਹਾ? ਤੁਹਾਨੂੰ ਲੱਗਦਾ? ਪ੍ਰਾਈਮ ਏਸ਼ੀਆ ਦੇਖਣ ਵਾਲੇ ਸਾਰਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ। ਮੈਂ ਜੋਗਰਾਜ ਸਿੰਘ ਕਾਲੋਂ। ਅੱਜ ਪ੍ਰੋਗਰਾਮ 'ਚ ਸਾਡੇ ਨਾਲ ਸਤਬੀਰ ਭੁੱਲਰ ਮੌਰਗੇਜਿਸ ਤੋਂ ਸਤਬੀਰ ਭੁੱਲਰ ਹੁਣੀ ਆਏ ਨੇ। ਐਬਸਫੋਰਡ ਤੋਂ ਚੇਚੇ ਤੌਰ ਤੇ ਚੱਲ ਕੇ ਸਰੀ ਆਏ ਨੇ, ਕਿਉਂਕਿ ਭਈ ਕੁਝ ਮਸਲਾ ਹੀ ਇਸ ਢੰਗ ਤਰੀਕੇ ਨਾਲ ਕਿ ਲੋਕਾਂ ਦੀਆਂ ਸਿੱਧੀਆਂ ਹੁਣ ਜੇਬਾਂ ਦੀ ਗੱਲ ਆ ਗਈ। ਲੋਕ ਔਖੇ ਭਾਰੇ ਨੇ, ਮੌਰਗੇਜ ਦੇ ਜਿਹੜੇ ਇੰਟਰਸਟ ਰੇਟਸ ਨੇ ਉਹ ਵੱਧ ਰਹੇ ਨੇ। ਹੁਣ ਉਹਦੇ ਨਾਲ ਘਰਾਂ ਦੇ ਬਜਟ ਹਿੱਲੇ ਪਏ ਨੇ। ਜਦੋਂ ਘਰਾਂ ਦੇ ਬਜਟ ਹਿੱਲਦੇ ਤੇ ਫਿਰ ਇਕੱਲਾ ਉਹ ਘਰ ਤੇ ਨਹੀਂ, ਬੜੇ ਘਰੇਲੂ ਸਮੱਸਿਆ ਤੋਂ ਲੈ ਕੇ ਤੁਹਾਡੀ ਨਿੱਜੀ ਜ਼ਿੰਦਗੀ ਤੱਕ ਤੇ ਹਰ ਇੱਕ ਚੀਜ਼ ਦੇ ਗਾਂਹ ਦੀਆਂ ਅਸਰ ਪਾ ਰਹੇ ਨੇ, ਜੋ ਅੱਜ ਬਹੁਤਿਆਂ ਘਰਾਂ ਦੀ ਸਮੱਸਿਆਵਾਂ ਬਣੀਆਂ ਪਈਆਂ ਨੇ। ਕਿਉਂਕਿ ਹੱਥਾਂ ਨਾਲ ਦਿੱਤੀਆਂ ਹੁਣ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ ਨੇ। ਸੋ ਆਪਣਾ ਵੀ ਉਹਦੇ ਵਿੱਚ ਕਿਸ ਢੰਗ ਤਰੀਕੇ ਨਾਲ ਕਸੂਰ ਰਿਹਾ, ਪਰ ਹੁਣ ਗਾਂਹ ਕੀ ਹੋਊਗਾ ਸਾਰਿਆਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਵੀ ਬਈ ਹੁਣ ਗਾਂਹ ਹਾਲਾਤ ਸਥਿਰ ਹੋਣਗੇ, ਹੋਰ ਵਿਗੜਨਗੇ? ਜੇ ਵਿਗੜਦੇ ਆ ਤੇ ਕਿੱਦਾਂ ਬਚ ਸਕਦੇ ਆ? ਜੇ ਸਥਿਰ ਹੁੰਦੇ ਨੇ ਤੇ ਅੱਜ ਆਪਣੇ ਆਪ ਨੂੰ ਥੋੜਾ ਜਿਹਾ ਚਿਰ ਕੰਟਰੋਲਡ ਕਰਕੇ ਕਿਵੇਂ ਰੱਖਿਆ ਜਾ ਸਕਦਾ? ਭੁੱਲਰ ਸਾਹਿਬ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਬਾਈ ਜੀ, ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਬਾਈ ਜੀ। ਭੁੱਲਰ ਸਾਹਿਬ, ਹੁਣ ਪਹਿਲਾਂ ਤੇ ਤਾਜ਼ੀ ਜਿਹੜੀ ਜਾਣਕਾਰੀ ਉਹ ਸਾਂਝੀ ਕਰਿਓ ਵੀ ਕਿੰਨੇ ਕੁ ਇੰਟਰਸਟ ਰੇਟ ਵਧੇ ਨੇ ਤੇ ਵੱਧ ਕੇ ਕਿੱਥੇ ਪਹੁੰਚੇ ਨੇ? ਅੱਜ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ 50 ਬਿਪਸ ਵਧਾ ਦਿਆ। ਤੇ ਜੇ ਆਪਾਂ ਹੁਣ ਦੇਸੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਜਿਹੜਾ ਪ੍ਰਾਈਮ ਸਾਰੀਆਂ ਮੋਸਟ ਆਫ ਦਾ ਬੈਂਕਸ ਦਾ ਸੀਗਾ ਉਹ 5.45 ਸੀ ਤੇ ਹੁਣ 50 ਬਿਪਸ ਵੱਧ ਕੇ 5.95 ਹੋ ਗਏ। ਬਿਲਕੁਲ ਠੀਕ ਹੈ। ਸੋ ਹੁਣ 5.95 ਤੇ ਇਹਦੇ ਨਾਲ ਫਿਰ ਸਟ੍ਰੈਸ ਟੈਸਟ ਵੀ ਗਾਂਹ ਵਧਿਆ ਹੋਊਗਾ? ਹਾਂਜੀ, ਸਟ੍ਰੈਸ ਟੈਸਟ ਜਦੋਂ ਦੇ ਆਪਾਂ ਬੈਂਚਮਾਰਕ ਟੱਪੇ ਆ 5.25 ਦਾ, ਉਸ ਤੋਂ ਬਾਅਦ 2% ਉੱਤੇ ਕੁਆਲੀਫਾਈ ਕਰਨਾ ਪੈ ਰਿਹਾ। ਸਪੋਜ਼ ਹੁਣ ਜਿਵੇਂ ਜ਼ਿਆਦਾਤਰ ਬੈਂਕਾਂ ਜਿਹੜੀਆਂ ਉਹ 30 ਪੈਸੇ ਵੇਰੀਏਬਲ ਮੌਰਗੇਜ ਤੇ ਡਿਸਕਾਊਂਟ ਦੇ ਰਹੀਆਂ। ਸੋ ਜੇ ਅਸੀਂ 30 ਪੈਸੇ ਡਿਸਕਾਊਂਟ ਕਰੀਏ ਤਾਂ 5.95 ਚੋਂ 30 ਤੇ 5.65 ਰਹਿ ਗਿਆ। 5.65 ਨੂੰ 2% ਐਡ ਕਰ ਲਓ, 7.65 ਸਟ੍ਰੈਸ ਟੈਸਟ ਆ ਘੱਟ ਤੋਂ ਘੱਟ ਇਸ ਟਾਈਮ। ਉਹ ਸਾਡੇ ਵਰਗਾ ਬੰਦਾ ਤੇ ਭੁੱਲ ਜੇ ਫਿਰ ਵੀ ਲੈ ਲੂਗਾ। ਹਾਂਜੀ, ਉਹਦੇ ਨਾਲ ਆਲਮੋਸਟ ਬਹੁਤ ਜ਼ਿਆਦਾ ਫਰਕ ਪੈ ਗਿਆ। ਇਨਕਮ ਜ਼ਿਆਦਾ ਚਾਹੀਦੀ ਆ ਕੁਆਲੀਫਾਈ ਕਰਨ ਲਈ। ਤਾਂ ਜਿਹੜੀ ਫਿਕਸ ਰੇਟ ਆ ਉਹ ਉਦੋਂ ਵੀ ਉੱਪਰ ਆ ਤੇ ਉਹਨਾਂ ਲਈ ਤਾਂ ਹੁਣ ਬਹੁਤ ਜ਼ਿਆਦਾ ਉਹ ਪਰ ਜ਼ਿਆਦਾ ਨਹੀਂ, ਉਹ ਤੇ ਬਹੁਤ ਜ਼ਿਆਦਾ ਭੁੱਲਰ ਸਾਹਿਬ ਚਾਹੀਦੀ ਹੋਈ। ਮਤਲਬ ਜੌਬ ਜੂਬ ਵਾਲਾ ਬੰਦਾ ਤੇ ਆਮ ਤੌਰ ਦੇ ਉੱਤੇ ਉਸ ਚੀਜ਼ ਲਈ ਫਿਰ ਹੁਣ ਕੁਆਲੀਫਾਈ ਹੋਣਾ ਲੋਕਾਂ ਲਈ ਬਹੁਤ ਔਖਾ ਹੋ ਗਿਆ। ਅੱਛਾ, ਫਿਰ ਹੁਣ ਕਰੇ ਕੀ ਬੰਦਾ ਇਸ ਸਿਚੁਏਸ਼ਨ ਦੇ ਵਿੱਚ? ਤੁਹਾਡੀ ਕੀ ਐਡਵਾਈਸ ਆ? ਪਹਿਲਾਂ ਤੇ ਹੁਣ ਅਸਰ ਕੀ ਪਊਗਾ ਗਾ? ਕਿਸ ਢੰਗ ਸਿਨੈਰੀਓ ਕਿਵੇਂ ਚੇਂਜਸ ਹੋਣਗੇ? ਸਿਨੈਰੀਓ ਤਾਂ ਭਾਜੀ ਡੇ ਬਾਈ ਡੇ ਚੇਂਜਸ ਹੋ ਹੀ ਰਿਹਾ, ਤੁਹਾਡੇ ਸਾਹਮਣੇ ਹੀ ਆ ਕਿਵੇਂ ਕੀ ਹੋ ਰਿਹਾ ਹੈ ਨਾ ਮਾਰਕੀਟ ਦੇ ਵਿੱਚ। ਹੁਣ ਹਾਲੇ ਤਾਂ ਐਕਸਪੈਕਟ ਕਰਦੇ ਆ 2 ਤੋਂ 3 ਹੋਰ ਹਾਈਕਸ ਆਉਣ ਦੇ ਚਾਂਸਸ ਹੈਗੇ ਆ। ਹੋ ਸਕਦਾ ਦਸੰਬਰ ਦੇ ਵਿੱਚ ਫਿਰ ਰਿਵਿਊ ਕਰ ਰਹੇ ਆ, ਉਦੋਂ ਫਿਰ ਹੁਣ ਹੱਲ ਤਾਂ ਸੈਲਫ ਇੰਪਲੋਇਡ ਬੰਦੇ ਕੋਲ ਤਾਂ ਹਾਲੇ ਫਿਰ ਵੀ ਸੋਲੂਸ਼ਨ ਹੈਗਾ। ਉਹ ਬੀ ਲੈਂਡਿੰਗ ਤੇ ਜਾ ਸਕਦੇ ਆ, ਵਰਕਆਊਟ ਹੁੰਦੀਆਂ ਚੀਜ਼ਾਂ। ਹੋਰ ਪ੍ਰੋਗਰਾਮ ਹੈਗੇ ਆ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਆ। ਜਿਹੜੇ ਇੰਪਲੋਇਮੈਂਟ ਪ੍ਰੋਗਰਾਮ ਆ ਇਹ ਥੋੜ੍ਹੇ ਜਿਹੇ ਦਿੱਕਤ ਦੇ ਰਹੇ ਆ ਇੰਪਲੋਇਮੈਂਟ ਵਾਲੀ। ਇਹ ਥੋੜ੍ਹਾ ਜਿਹੜੇ ਇੰਪਲੋਇਡ ਕਲਾਇੰਟ ਹੈਗੇ ਆ ਇਹਨਾਂ ਲਈ ਥੋੜ੍ਹੀ ਜਿਹੀ ਦਿੱਕਤ ਆ ਰਹੀ ਹੈ। ਲੋਕ ਕੀ ਕਰਨ ਫਿਰ? ਹੁਣ ਤੁਹਾਡੀ ਕੀ ਐਡਵਾਈਸ ਆ ਵੀ ਆਰਾਮ ਨਾਲ ਬੈਠੋ, ਸਬਰ ਕਰੋ? ਇਹੀ ਹੈਂਗ ਟਾਈਟ ਕਰਨ ਦਾ ਹੀ ਟਾਈਮ ਆ ਹੁਣ। ਜਿੰਨਾ ਚਿਰ ਐਕਸਪੈਕਟ ਤਾਂ ਕਰ ਰਹੇ ਆ ਵੀ ਸਮਰ ਤੱਕ ਇੱਦਾਂ ਤਾਂ ਹੋਣਾ, ਮਤਲਬ ਦਿਸ ਡਜ਼ਨਟ ਲੁੱਕ ਪ੍ਰੈਕਟੀਕਲ ਜਿਹੜਾ ਹੋ ਰਿਹਾ। ਕੋਈ ਨਾ ਕੋਈ ਸੋਲੂਸ਼ਨ ਤਾਂ ਗਵਰਨਮੈਂਟ ਨੂੰ ਕੱਢਣਾ ਹੀ ਪੈਣਾ ਇਹਦਾ, ਕਿਉਂਕਿ ਗਾਂ ਅਸੀਂ ਰਿਸੈਸ਼ਨ ਦੀਆਂ ਚਰਚਾਵਾਂ ਹੋ ਰਹੀਆਂ ਨੇ। ਇਹ ਚੀਜ਼ ਸਾਨੂੰ ਹੋਰ ਕੀ ਗਵਰਨਮੈਂਟ ਤੇ ਕਰ ਰਹੀ ਹੈ ਇਨਫਲੇਸ਼ਨ ਚੋਂ ਕੱਢਣ ਵਾਸਤੇ, ਪਰ ਇਹ ਇਨਫਲੇਸ਼ਨ ਚੋਂ ਕੱਢਣ ਲਈ ਲੋਕਾਂ ਦੀਆਂ ਚੀਕਾਂ ਨਿਕਲ ਗਈਆਂ। ਅਗਲੇ ਬੰਨੇ ਜੋ ਸੈਸ਼ਨ ਆ ਗਿਆ, ਮਤਲਬ ਇਹ ਤੇ ਲੋਕ ਰਹਿਣੇ ਨਹੀਂ, ਪੱਬਾਂ ਭਾਰ ਜੀ ਲੋਕਾਂ ਦਾ ਤੇ ਹੋਰ ਹੀ ਕੁਝ ਬਣ ਜਾਣਾ ਫਿਰ। ਹਾਂਜੀ, ਇਕਨੋਮੀ ਦਾ ਹਾਲ ਥੋੜਾ ਜਿਹਾ ਮਾੜਾ ਹੀ ਹੋ ਰਿਹਾ ਜੀ। ਹਾਂਜੀ। ਅੱਛਾ, ਹੁਣ ਜਦੋਂ ਇੰਟਰਸਟ ਰੇਟ ਵਧਿਆ, ਹਾਂਜੀ, ਕੁਝ ਬੈਂਕਸ ਨੇ ਜਿਨ੍ਹਾਂ ਦੀਆਂ ਕਿਸ਼ਤਾਂ ਨਹੀਂ ਵਧ ਰਹੀਆਂ, ਹਾਂਜੀ,
ਕੁਛ ਦੀਆਂ ਅਜੇ ਵੀ ਉੱਥੇ ਸਥਿਰ ਨੇ, ਮਤਲਬ ਹਾਂਜੀ। ਜਿੰਨੀ ਮੌਰਗੇਜ ਆਉਂਦੀ ਸੀ ਉਹ ਨੋ ਹਾਂਜੀ। ਡਾਊਟ ਸਾਰਾ ਇੰਟਰਸਟ ਹੀ ਜਾਈ ਜਾ ਰਿਹਾ ਤੁਹਾਡਾ, ਹਾਂਜੀ। ਪਰ ਅਜੇ ਵੀ ਕਿਉਂਕਿ ਹੁਣ ਅਗਲੀ ਫਿਰ ਹਾਈਕ ਆ ਗਈ, ਹਾਂਜੀ। ਕੀ ਹੁਣ ਅੱਗੇ ਬੈਂਕਸ ਕੀ ਕਰਨਗੀਆਂ, ਨਹੀਂ ਬੈਂਕਾਂ ਭਾਜੀ, ਕਿੰਨਾ ਸਟ੍ਰੈਚ ਕਰ ਸਕਦੇ? ਪੇਮੈਂਟ ਵਧੂਗੀ ਹੁਣ, ਕੋਈ देयर इज नो ਵੇ ਕਿ ਹੁਣ ਪੇਮੈਂਟ ਨਹੀਂ ਵਧੂਗੀ। ਜਦੋਂ ਆਪਾਂ ਪਿਛਲੀ ਵਾਰ ਗੱਲ ਕੀਤੀ ਸੀ ਉਦੋਂ ਵੀ ਐਕਸਪੈਕਟ ਕਰਦੇ ਸੀ ਕਿ ਬੈਂਕਾਂ ਹੁਣ ਪੇਮੈਂਟ ਵਧਾਉਣਗੀਆਂ, ਨਹੀਂ ਵਧਾਈਆਂ, 2 ਹਾਈਕ ਉਹ ਚੱਲ ਗਿਆ। ਪਰ ਇਸ ਵਾਰੀ ਹੁਣ ਕਈਆਂ ਬੈਂਕਾਂ ਨੇ ਤਾਂ ਵਧਾਤੀਆਂ, ਹੁਣ ਜਿੱਦਾਂ ਮੈਂ ਸੁਣਨ ਚ ਆਇਆ ਵੀ ਆਰਬੀਸੀ ਨੇ ਵਧਾਤੀਆਂ, ਸਕੋਸ਼ੀਆ ਨਾਲ ਦੀ ਨਾਲ ਹੀ ਵਧਾ ਰਹੀ ਸੀ, ਨਾਲ ਦੀ ਨਾਲ ਹੀ ਟੀਡੀ ਵੀ ਵਧਾਉਣੀ ਸ਼ੁਰੂ, ਲੈਟਰਸ ਆ ਗਈਆਂ ਲੋਕਾਂ ਨੂੰ, ਟੀਡੀ ਸੀਆਈਬੀਸੀ ਅਜੇ ਖੜਿਆ, ਸੀਆਈਬੀਸੀ ਖੜਿਆ, ਪਰ ਵਧਾਉਣੀਆਂ ਹੀ ਪੈਣੀਆਂ, देयर इज नो ਅਦਰ ਵੇ। ਇਹ ਫਿਰ ਕਰਦੇ ਕਿ ਐਮੋਰਟਾਈਜੇਸ਼ਨ ਪੀਰੀਅਡ ਹੁਣ ਤੱਕ ਤਾਂ ਐਮੋਰਟਾਈਜੇਸ਼ਨ ਪੀਰੀਅਡ ਨੂੰ ਸਟ੍ਰੈਚ ਕਰ ਰਹੇ ਸੀ ਦਾ ਵੀਰ ਜੀ, ਜਿਹੜਾ ਪ੍ਰਿੰਸੀਪਲ ਤੇ ਇੰਟਰਸਟ ਨੂੰ ਐਡਜਸਟ ਕਰ ਰਹੇ ਸੀ। ਅੱਛਾ। ਹੁਣ ਫਿਰ ਇਹਨਾਂ ਨੇ ਜਿਵੇਂ ਪੇਮੈਂਟ ਉੱਪਰ ਵਧਾਉਣਗੇ, ਜਿਵੇਂ ਪੇਮੈਂਟ ਹੁਣ ਵਧਾਉਣਗੇ, ਫਿਰ ਜਦੋਂ ਸਾਰੇ ਦਾ ਸਾਰਾ ਇੰਟਰਸਟ ਜਾਣ ਲੱਗ ਗਿਆ, ਫਿਰ ਪ੍ਰਿੰਸੀਪਲ ਕੁਝ ਵੀ ਨਹੀਂ ਗਿਆ, ਉਦੋਂ ਵੀ ਜਦੋਂ ਵੱਧ ਗਿਆ ਫਿਰ ਤਾਂ ਕਰਨਾ ਹੀ ਪੈਣਾ ਨਾ ਸੋਲੂਸ਼ਨ, ਫਿਰ ਤਾਂ ਪੇਮੈਂਟ ਹੀ ਵਧਾਉਣੀ ਪੈਣੀ ਹੈ, ਹੋਰ ਤਾਂ ਕੋਈ ਹੱਲ ਨਹੀਂ। ਓਕੇ। ਅੱਛਾ, ਵੇਰੀਏਬਲ ਮਾਰਗੇजेस ਦਾ, ਨਾਟ ਫਿਕਸਡ ਵੇਰੀਏਬਲਸ ਦਾ। ਅੱਛਾ, ਉਹਨਾਂ ਹਾਲਾਤਾਂ ਦੇ ਵਿੱਚ ਹੁਣ ਜੇ ਬੰਦਾ ਨਹੀਂ ਮਾਰਗੇਜ ਦੇ ਸਕਣ ਦਿਆ, ਫਿਰ ਉਹਦੇ ਕੋਲ ਕੀ ਆਪਸ਼ਨਸ ਬਚਦੀਆਂ ਨੇਗਾ? ਫਿਰ ਤਾਂ ਵਰਸਟ ਕੇਸ ਆ, ਤਾਂ ਜੇ ਉਹ ਤੋਂ ਪੇਮੈਂਟ ਨਹੀਂ ਹੋਊਗੀ ਤਾਂ ਬੈਂਕ ਵਿਲ ਟੇਕ ਇਟ ਟੂ ਦ ਫੋਰਕਲੋਜ਼ਰ। ਪਰ ਬੈਂਕਸ ਨੂੰ ਕੀ ਇਹ ਗੱਲ ਸਮਝਣਗੇ, ਕਿਉਂਕਿ ਇਹ ਇੱਕ ਬੰਦੇ ਦੋ ਬੰਦੇ ਨਹੀਂ, ਇਹ ਤੇ ਹੁਣ ਗਾਂ ਸੈਂਕੜੇ ਹਜ਼ਾਰਾਂ ਗਾਂ ਲੱਖਾਂ ਲੋਕਾਂ ਦੀਆਂ ਸਮੱਸਿਆਵਾਂ ਬਣਨੀਆਂ ਨੇ, ਉਸ ਤੋਂ ਵੀ ਜ਼ਿਆਦਾ, ਹਨਾ? ਕਿਉਂਕਿ ਆਮ ਜੇ ਤੁਸੀਂ ਗੱਲ ਕਰਦੇ ਹੋ ਵੀ ਜੇ ਹੁਣ ਇਸ ਰੇਸ਼ੀਓ ਦੇ ਵਿੱਚ ਆਉਣ ਵਾਲੇ ਬੰਦੇ ਨੇ, ਉਹਨਾਂ ਦੀ ਗਿਣਤੀ ਮਿਲੀਅਨਸ ਦੇ ਵਿੱਚ ਆਉਣੀ ਆ। ਹਾਂਜੀ। ਤੇ ਉਹ ਬੈਂਕਸ ਕੀ ਸਾਰਿਆਂ ਨੂੰ ਫੋਰਕਲੋਜ਼ਰਸ ਇਦਾਂ ਕਰੀ ਜਾਣਗੇ, ਤਾਂ ਫਿਊਚਰ ਕੀ ਦੇਖਦੇ ਹੋ ਫਿਰ? ਵੀਰ ਜੀ, ਬੈਂਕਸ ਨੇ ਪਹਿਲਾਂ ਆਪਦਾ ਜਿਹੜਾ ਨਾ ਉਹ ਕੀਤਾ ਹੋਇਆ, ਲੋਕਾਂ ਨੇ ਜਦੋਂ ਜਿਹੜਾ ਸਟੈਟਸ ਲਿਆਉਣ ਦਾ ਇਹਨਾਂ ਨੂੰ ਬੈਨੀਫਿਟ ਹੋਇਆ। ਹੁਣ ਤੱਕ ਜਿਹੜਾ ਰੇਟ ਆ, ਜਿਹੜਾ 5.25 ਬੈਂਚਮਾਰਕ ਰੱਖਿਆ ਹੋਇਆ ਸੀ ਇਹਨਾਂ ਨੇ, ਜਦੋਂ ਪਹਿਲਾਂ ਅਸੀਂ ਮੌਰਗੇजेस ਕਰ ਰਹੇ ਸੀ, ਜਦੋਂ ਮਾਰਕੀਟ ਠੀਕ ਸੀ, ਇੰਟਰਸਟ ਰੇਟ ਲੋ ਸੀ, ਅਸੀਂ ਕੁਆਲੀਫਾਈ 5.25 ਦੇ ਹੀ ਕਰ ਰਹੇ ਸੀ ਲੋਕਾਂ ਨੂੰ। ਠੀਕ ਹੈ। ਉਹ ਇਸੇ ਕਰਕੇ 5.25 ਦੇ ਇਹਨਾਂ ਨੇ ਬੈਂਚਮਾਰਕ ਰੱਖਿਆ ਹੋਇਆ ਸੀ ਵੀ ਜੇ ਇਨ ਫਿਊਚਰ 5.25 ਰੇਟ ਚੱਲ ਜਾਵੇ ਤਾਂ ਉੱਥੇ ਤੱਕ ਲੋਕ ਸਹਿ ਸਕਣਗੇ, ਉਸ ਹਿਸਾਬ ਨਾਲ ਕੁਆਲੀਫਾਈ ਕੀਤਾ ਹੋਇਆ। ਪਰ ਹੁਣ ਤੇ 5.25 ਤੋਂ ਵੱਧ ਗਿਆ ਨਾ, ਹੁਣ ਰੇਟ 5.25 ਤੋਂ ਵੱਧ ਗਿਆ। ਹੁਣ ਥੋੜੇ ਜਿਹੇ ਲੋਕਾਂ ਲਈ ਪ੍ਰੋਬਲਮ ਆਊਗੀ, ਨਾਟ ਮੈਨੀ, ਥੋੜੇ ਜਿਹੇ ਲੋਕਾਂ ਲਈ ਪ੍ਰੋਬਲਮ ਆਊਗੀ। ਹੁਣ ਬੈਂਕਸ ਵੀ ਹੁਣ ਤੱਕ ਬੈਂਕਾਂ ਨੇ ਐਡਜਸਟ ਹੀ ਕੀਤਾ, ਹੁਣ ਵੀ ਉਹ ਕਿਵੇਂ ਐਡਜਸਟ ਕਰਦੇ ਆ ਵੀ ਸਾਰੀ ਦੀ ਸਾਰੀ ਪੇਮੈਂਟ ਵਧਾਉਂਦੇ ਆ ਜਾਂ ਥੋੜੀ ਜਿਹੀ ਵਧਾਉਂਦੇ ਆ। ਕਈ ਬੈਂਕਾਂ ਜਿਵੇਂ ਮੈਂ ਸੁਣਨ ਚ ਆਇਆ ਵੀ TD ਇਜ਼ ਨਾਟ ਇਨਕਰੀਜ਼ਿੰਗ, ਸਾਰੀ ਪੇਮੈਂਟ ਨਹੀਂ ਵਧਾ ਰਹੇ, ਥੋੜੀ ਜਿਹੀ ਵਧਾ ਰਹੇ ਆ, ਜਿੰਨੇ ਕੁ ਨਾ ਉਹਨਾਂ ਦਾ ਚੱਲੇ ਕੰਮ। ਇਹਦੇ ਵਿੱਚ ਹੋਰ ਵੀ ਇੱਕ ਦਿੱਕਤ ਆ ਕਾਲੋਂ ਸਾਹਿਬ, ਜਿਹੜੀ ਕੰਸਟਰਕਸ਼ਨ ਮੌਰਗੇਜ ਦੇ ਉੱਤੇ ਲੋਕਾਂ ਨੂੰ ਬਹੁਤ ਆ ਰਹੀ ਹੈ ਅੱਜ ਕੱਲ੍ਹ। ਅੱਛਾ। ਉਹ ਇਹ ਆ ਰਹੀ ਆ ਵੀ ਜਿਹੜੇ ਬੰਦਿਆਂ ਦੇ ਕੰਸਟਰਕਸ਼ਨ ਮੌਰਗੇਜ ਜਦੋਂ ਆਪਾਂ ਸ਼ੁਰੂ ਕਰਦੇ ਹਾਂ, ਬੈਂਕ ਦਿੰਦੀ ਹੈ 18 ਮਹੀਨਿਆਂ ਦੀ। ਜਿਨ੍ਹਾਂ ਤੋਂ 18 ਮਹੀਨਿਆਂ ਤੱਕ ਘਰ 65% ਤੱਕ ਨਹੀਂ ਕੰਪਲੀਟ ਹੋਇਆ, ਕਿਸੇ ਦਾ ਪਰਮਿਟ ਡਿਲੇ ਹੋ ਗਿਆ, ਕਈ ਏਰੀਆ ਦੇ ਵਿੱਚ ਫਲੱਡਸ ਆ ਗਏ ਸੀ, ਉਹਦੇ ਕਰਕੇ ਕੰਸਟਰਕਸ਼ਨ 3-4 ਮਹੀਨੇ ਰੁਕੀ ਰਹੀ, ਜਿਹਦਾ ਉੱਥੇ ਬੈਂਕਾਂ ਉਹਨਾਂ ਨੂੰ ਐਕਸਟੈਂਸ਼ਨ ਨਹੀਂ ਦੇ ਰਹੀਆਂ ਮੌਰਗੇਜ ਦੇ ਉੱਪਰ। ਇੱਕ ਨਵਾਂ ਸਿਨੈਰੀਓ ਜਿਹੜਾ ਅੱਜ ਕੱਲ੍ਹ ਸਾਡੇ ਸਾਹਮਣੇ ਆ ਰਿਹਾ, ਇੱਥੇ ਬਹੁਤ ਲੋਕ ਸਟਕ ਹੋ ਰਹੇ ਆ ਜਿਹੜੇ ਕੰਸਟਰਕਸ਼ਨ ਦੇ ਵਿੱਚ ਪਏ ਹੋਏ ਆ। ਉਹ ਆਪਣਾ 18 ਮਹੀਨੇ ਦੇ ਸਮੇਂ ਨਾਲ ਬੱਧੇ ਹੋਏ ਨੇ, 18 ਮਹੀਨੇ ਦੇ ਸਮੇਂ ਨਾਲ ਬੱਧੇ ਹੋਏ ਨੇ, ਉਹਨਾਂ ਦੀ ਪ੍ਰਾਪਰਟੀ 40% ਕੰਪਲੀਟ ਹੋਈ ਵੀ ਆ, ਉਹਨਾਂ ਨੂੰ ਨੈਕਸਟ ਡਰਾ ਚਾਹੀਦਾ, ਨੈਕਸਟ ਡਰਾ ਬੈਂਕ ਦੇ ਨਹੀਂ ਰਹੀ, ਉਹ ਕਹਿੰਦੀ ਤੁਹਾਡੀ ਟਰਮ ਪੂਰੀ ਹੋ ਗਈ, ਅਸੀਂ ਉਦੋਂ ਐਕਸਟੈਂਡ ਕਰਾਂਗੇ ਜਦੋਂ ਤੁਸੀਂ 65% ਤੱਕ ਲੈ ਗਏ, 70 ਤੱਕ ਲੈ ਗਏ। ਹੁਣ 70 ਤੱਕ ਲਿਜਾਣ ਲਈ ਉਹਨਾਂ ਨੂੰ ਹੋਰ ਐਕੁਇਟੀ ਚਾਹੀਦੀ ਆ, ਇੰਨੇ ਹਾਈ ਰੇਟ ਤੇ ਐਕੁਇਟੀ, ਉਹਨਾਂ ਦੀ ਜਿਹੜੀਆਂ ਐਗਜ਼ਿਸਟਿੰਗ ਪ੍ਰਾਪਰਟੀਜ਼ ਆ ਉਹਨਾਂ 'ਚੋਂ ਐਕੁਇਟੀ ਨਿਕਲ ਨਹੀਂ ਰਹੀ, ਜਿਹੜੀ ਪਰਸਨਲ ਸੇਵਿੰਗ ਆ ਉਹ ਸਾਰੀ ਆਲਮੋਸਟ ਲਾਈ ਬੈਠੇ ਆ। ਲੋਕਾਂ ਲਈ ਬਹੁਤ ਬੈਡ ਸਿਨੈਰੀਓ ਆ ਇਸ ਟਾਈਮ। ਅੱਛਾ, ਇੱਥੇ ਨਾ ਗੱਲ ਹੁੰਦੀ ਸੀਗੀ ਇੱਕ ਵਕੀਲ ਸਾਹਿਬ ਬਣਾਉਣ ਨਾਲ, ਉਹ ਕਹਿੰਦੇ ਕਿ ਲੋਕਾਂ ਦੀਆਂ ਬੈਂਕਰਪਸੀ ਦੀਆਂ ਇਨਕੁਆਇਰੀਜ਼ ਬਹੁਤ ਵੱਧ ਰਹੀਆਂ ਨੇ, ਲੋਕ ਇਨਕੁਆਇਰੀਆਂ ਕਰ ਰਹੇ ਆ ਵੀ ਬਈ ਕੱਲ ਨੂੰ ਇੰਨਾ ਫਿਰ ਵੱਧ ਜਾਣਾ, ਉਸ ਤੋਂ ਬਾਅਦ ਜੇ 2 ਹਾਈਕਾਂ ਹੋਰ ਇੰਨਾ ਵੱਧ ਜਾਣਾ ਵੀ ਆਪਣਾ ਤੇ ਇਸ ਤੋਂ ਜ਼ਿਆਦਾ ਸਟ੍ਰੈਚ ਕਰ ਹੀ ਨਹੀਂ ਸਕਦੇ। ਇਹਦੇ ਵਿੱਚ ਵੀ ਤੁਹਾਡੇ ਕੋਲ ਵੀ ਆਉਂਦੇ ਨੇ ਕੇਸ ਇਦਾਂ ਦੇ? ਬਹੁਤ ਆਉਂਦੇ ਨੇ। ਇਹਦੇ ਵਿੱਚ ਬੈਂਕਾਂ ਨੂੰ ਵੀ ਕੋਈ ਬੈਨੀਫਿਟ ਨਹੀਂ ਹੋਣਾ। ਜੇ ਤੁਸੀਂ ਦੇਖੋ, ਜਿਹੜੀ ਪ੍ਰਾਪਰਟੀ ਬੈਂਕ ਨੇ ਜਨਵਰੀ ਦੇ ਵਿੱਚ ਲੈਂਡ ਕੀਤੀ ਆ, ਸਪੋਜ਼ ਕਿਸੇ ਨੇ 12 ਲੱਖ ਦੀ ਪ੍ਰਾਪਰਟੀ ਖਰੀਦੀ ਆ, ਉੱਤੇ 80% ਲੋਨ ਟੂ ਵੈਲਿਊ ਦੇ ਹਿਸਾਬ ਨਾਲ ਉਹਨਾਂ ਨੇ 9,20,000 ਤਕਰੀਬਨ ਕੋਈ ਅੰਦਾਜ਼ਨ ਵੀ ਲੋਨ ਕਰਾਇਆ ਹੋਇਆ। ਠੀਕ ਹੈ। ਉਸ ਪ੍ਰਾਪਰਟੀ ਦਾ ਵੈਲਿਊ ਅੱਜ 8.5 ਰਹਿ ਗਈ, ਤੇ ਬੈਂਕ ਤਾਂ ਮੋਰ ਦੈਨ ਪ੍ਰਾਪਰਟੀ ਉੱਥੇ ਲੈਂਡ ਕਰੀ ਬੈਠੀ ਆ। ਸੋ ਇਹ ਤਾਂ ਦੋਨੇ ਪਾਸੇ ਹੀ ਆ, ਬੈਂਕ ਸਾਰਿਆਂ ਲਈ ਪ੍ਰੋਬਲਮਸ ਆਏ, ਨਾਟ ਓਨਲੀ ਫॉर द ਕਲਾਇੰਟ, ਫॉर द ਲੈਂਡਰਸ ਐਜ਼ ਵੈਲ। ਹੁਣ ਤਾਂ ਇਹ ਇਦਾਂ ਹੀ ਆ ਵੀ ਜਸਟ ਹੈਂਗ ਟਾਈਟ, ਜਿੰਨੇ ਤੁਸੀਂ ਕੱਢ ਸਕਦੇ ਹੋ ਤੁਸੀਂ। ਲੋਕਾਂ ਨੇ ਆਪਦੀ ਸੇਵਿੰਗਸ ਬਚਾਉਣੀਆਂ, ਬੈਂਕਾਂ ਨੇ ਆਪਦੀ ਲੈਂਡਿੰਗ, ਜਿਹੜਾ ਲੈਂਡ ਕੀਤਾ ਹੋਇਆ ਪੈਸਾ ਉਹ ਕਿਵੇਂ ਬਚਣਾ। ਹਾਂਜੀ। ਅੱਛਾ, ਕੁਝ ਲੋਕਾਂ ਨੂੰ ਇਹ ਸੁਝਾਅ ਦਿੱਤੇ ਜਾਂਦੇ ਵੀ ਜੇ ਇੰਟਰਸਟ ਰੇਟ ਵਧਾਉਣੇ ਸੀਗੇ, ਵੀ ਜਿਨ੍ਹਾਂ ਨੇ ਪਹਿਲਾਂ, ਜੇ ਆਪਾਂ ਨਵੀਆਂ ਰੋਕਣੀਆਂ ਨਾ, ਵੀ ਨਵਾਂ ਹੁਣ ਜੇ ਕੋਈ ਖਰੀਦੂਗਾ ਉਹਨੂੰ ਇੰਟਰਸਟ ਰੇਟ ਵਧੇ, ਤੇ ਐਗਜ਼ਿਸਟਿੰਗ ਜਿਹੜੀਆਂ ਪ੍ਰਾਪਰਟੀਆਂ ਲਈਆਂ ਸੀਗੀਆਂ ਲੋਕਾਂ ਨੇ, ਉਹਨਾਂ ਤੇ ਹੋਲਡ ਕੀਤਾ ਜਾਂਦਾ ਜਾਂ ਉਹਨਾਂ ਦਾ ਇੰਟਰਸਟ ਰੇਟ ਉੱਥੇ ਉਸ ਚੀਜ਼ ਨੂੰ ਬਲੌਕ ਕੀਤਾ ਜਾਂਦਾ। ਉਹ ਤਾਂ ਵੀ ਜੀ ਉਹਨਾਂ ਨੇ ਆਪਸ਼ਨ ਦਿੱਤੀ ਸੀ ਵੀ ਜੇ ਤੁਸੀਂ ਲਈਆਂ ਸੀ ਤਾਂ ਫਿਕਸ ਕਰ ਲੈਂਦੇ।
ਜਿਨ੍ਹਾਂ ਨੇ ਨਹੀਂ ਫਿਕਸ ਕੀਤੀਆਂ। ਆਪਣੀ ਕਮਿਊਨਿਟੀ ਜ਼ਿਆਦਾ ਲੋਕ ਫਿਕਸ ਨਹੀਂ ਕਰਦੇ। ਉਹਦਾ ਰੀਜ਼ਨ ਇਹ ਆ ਵੀ ਆਪਣੀ ਕਮਿਊਨਿਟੀ ਆ ਨਾ ਜਿਹੜੀ, ਇਹ ਕੋਈ ਟਰਮ 5 ਸਾਲ 10% ਲੋਕ ਹੀ ਪੂਰੀ ਕਰਦੇ ਆ। 5 ਸਾਲ ਜਿਹੜੀ ਟਰਮ ਹੈ 10% ਲੋਕ ਹੀ ਪੂਰੀ ਕਰਦੇ ਆ। ਬਾਕੀ ਦੇ ਲੋਕ ਕੀ ਕਰਦੇ ਆ ਵੀ ਕਿਸੇ ਨੇ ਜਾਂ ਤਾਂ ਪ੍ਰਾਪਰਟੀ ਵੇਚ ਕੇ ਨਵੀਂ ਲੈਣੀ ਆ, ਕਿਸੇ ਨੇ ਜਾਂ ਫ੍ਰੀ ਫਾਈਨੈਂਸ ਕਰਕੇ ਇਕੁਇਟੀ ਕੱਢਣੀ ਆ, ਜਾਂ ਕਿਸੇ ਨੇ ਖਰੀਦੀ ਵੇਚਣੀ ਆ। ਇਹਨਾਂ ਨੇ ਟਰਮ ਤੋੜਨੀ ਆ। ਟਰਮ ਤੋੜਨ ਲਈ ਫਿਰ ਇਹ ਫਿਕਸ ਨਹੀਂ ਕਰਦੇ, ਵੇਰੀਏਬਲ ਹੀ ਰੱਖਦੇ ਆ ਤਾਂ ਕਿ ਉਹ ਪੈਨਲਟੀ ਨਾ ਪਵੇ ਜਿਹੜੀ ਫਿਕਸ ਤੇ ਪੈਨਲਟੀ ਪੈਂਦੀ ਆ ਜਦੋਂ ਤੁਸੀਂ ਟਰਮ ਤੋੜਦੇ ਆ। ਅੱਛਾ, IRD ਤੋਂ ਬਚਦੇ ਆ। ਤਾਂ ਕਰਕੇ ਆਪਣੀ ਕਮਿਊਨਿਟੀ ਜ਼ਿਆਦਾ ਵੇਰੀਏਬਲ ਤੇ ਰਹਿੰਦੀ ਆ। ਅੱਛਾ, ਅਦਰਵਾਈਜ਼ ਤਾਂ ਜਦੋਂ ਤੁਸੀਂ ਮੌਰਗੇਜ ਲੈਂਦੇ ਆ, ਯੂ ਹੈਡ 2 ਆਪਸ਼ਨਸ। ਜੇ ਤੁਹਾਨੂੰ 10-15 ਪੈਸੇ ਉਸ ਟਾਈਮ ਫਿਕਸ ਰੇਟ ਮਹਿੰਗਾ ਸੀ ਤਾਂ ਤੁਹਾਨੂੰ ਫਿਕਸ ਰੇਟ ਦੀ ਆਪਸ਼ਨ ਦਿੱਤੀ ਸੀ। ਉਦੋਂ ਬਾਅਦ ਵੀ ਫਿਕਸ ਰੇਟ ਜਿਹੜੀ ਵੇਰੀਏਬਲ ਉਹਨੂੰ ਐਨੀ ਟਾਈਮ ਫਿਕਸ ਕਰ ਸਕਦੇ ਆ। ਅੱਛਾ, ਤੁਹਾਡੇ ਕੋਲ ਆਪਸ਼ਨ ਸੀ। ਜਿਹੜੇ ਬੰਦਿਆਂ ਨੇ ਨਹੀਂ ਕੀਤੀ, ਹੁਣ ਇਟਸ देयर ਓਨ ਡਿਸੀਜਨ। ਓਕੇ, ਸੋ ਮਤਲਬ ਉਹ ਉਦੋਂ ਸਟਾਰਟਿੰਗ ਦੇ ਵਿੱਚ ਜਦੋਂ ਵਧਣਾ ਸ਼ੁਰੂ ਹੋਇਆ ਸੀ ਉਦੋਂ ਫਿਕਸ ਕੀਤਾ ਜਾ ਸਕਦਾ ਸੀ। ਕਰਵਾਏ ਵੀ ਇਹ ਲੋਕਾਂ ਨੇ, ਉਦੋਂ ਬਹੁਤ ਲੋਕਾਂ ਨੇ ਕਰਵਾਏ ਵੀ ਆ। ਪਰ ਉਹਦੇ ਵਿੱਚ ਇਹ ਹੋ ਗਿਆ ਕਿ ਜਦੋਂ, ਕਿਉਂਕਿ ਬੈਂਕਸ ਨੂੰ ਤਾਂ ਆਈਡੀਆ ਹੋ ਗਿਆ ਸੀ ਨਾ ਵੀ ਇਹ ਹੁਣ ਇਨਫਲੇਸ਼ਨ ਵੱਧ ਰਹੀ ਸੀ, ਤਾਂ ਕੰਟਰੋਲ ਆਮ ਬੰਦੇ ਨੂੰ ਇਸ ਗੱਲ ਦੀ ਭਣਕ ਨਹੀਂ ਸੀ। ਬੈਂਕਾਂ ਨੇ ਜਦੋਂ ਆਪਸ਼ਨ ਦਿੱਤੀ ਨਾ, ਉਦੋਂ ਇਹ ਆਪਸ਼ਨ ਦਿੱਤੀ ਵੀ ਸਪੋਜ਼ ਵੀ ਜੇ ਪ੍ਰਾਈਮ ਉਸ ਟਾਈਮ ਵੇਰੀਏਬਲ ਰੇਟ 1.5 ਤੋਂ 1.25% ਸੀ, ਤਾਂ ਜਿਹੜਾ ਫਿਕਸ ਰੇਟ ਸੀ ਉਸ ਟਾਈਮ ਹੀ 3% ਸੀ। ਅੱਛਾ, ਲੋਕ ਉਸ ਗੱਲ ਤੋਂ ਵੀ ਡਰਦੇ ਸੀ। ਹਾਂ, ਉਸ ਕਰਕੇ ਵੀ ਬਹੁਤ ਲੋਕਾਂ ਨੇ ਫਿਕਸ ਨਹੀਂ ਕੀਤੀ ਮੌਰਗੇਜ। ਸਹੀ ਹੈ। ਹੁਣ ਬਹੁਤ ਇਨਕੁਆਇਰੀਜ਼ ਆਉਂਦੀਆਂ ਫਿਕਸ ਕਰਨ ਦੀਆਂ। ਹੁਣ ਫਿਕਸ ਹੀ 6.25% ਤੇ ਹੋ ਰਿਹਾ। ਹੁਣ ਫਿਕਸ ਕਰਾ ਕੇ ਵੀ ਕੀ ਕਰਨਾ। ਅੱਛਾ, ਇਦਾਂ ਵੀ ਭੁੱਲਰ ਸਾਹਿਬ ਹੋ ਸਕਦਾ ਕਿ ਬੈਂਕਸ ਆਪਣੇ ਤੌਰ ਦੇ ਉੱਤੇ ਕੁਛ ਇਹਦਾ ਹੱਲ ਕੱਢਣ ਵਾਸਤੇ ਕੁਝ ਸੋਲੂਸ਼ਨਸ ਮੂਹਰੇ ਲੈ ਕੇ ਆਉਣ, ਕਿਉਂਕਿ ਔਖਾ ਤੇ ਇਸ ਵਕਤ ਬੈਂਕਾਂ ਲਈ ਵੀ ਨਾਲ ਹੀ ਉਹਨਾਂ ਹੋਣਾ ਹੈ। ਜਦੋਂ ਲੋਕੀ ਛੱਡੀ ਗਏ, ਭੱਜੇ ਗਏ, ਤੇ ਫਿਰ ਤੇ ਬੈਂਕਾਂ ਨੇ ਵੀ ਨਹੀਂ ਜਿਉਂਦਾ ਰਹਿਣਾ ਨਾ ਉਸ ਤਰੀਕੇ ਨਾਲ। ਬਿਲਕੁਲ, ਕੋਈ ਪਾਲਿਸੀ ਦਾ ਵਰਕਆਊਟ ਹੋ ਹੀ ਰਹੀ ਹੋਣੀ ਹੈ ਭਾਜੀ। ਇਹ ਸੁਣਨ ਚ ਆਇਆ ਵੀ ਬੈਂਕਸ ਆਰ ਵਰਕਿੰਗ ਔਨ ਦਾ ਇਨਕਰੀਜ਼ਿੰਗ ਦਾ ਮੋਰਟਾਈਜੇਸ਼ਨ, ਵੀ 30 ਤੋਂ 35 ਸਾਲ ਦੀ ਮੋਰਟਾਈਜੇਸ਼ਨ ਲੈ ਕੇ ਜਾਣ ਤੇ ਡਿਸਕਸ਼ਨ ਹੋ ਰਹੀ ਆ। ਪਰ ਇਹ ਤਾਂ ਲੌਂਗ ਟਰਮ ਪਾਲਿਸੀਜ਼ ਆ, ਇੱਕਦਮ ਤਾਂ ਪਾਲਿਸੀਜ਼ ਬੈਂਕਾਂ ਲੈ ਕੇ ਵੀ ਨਹੀਂ ਆਉਂਦੀਆਂ। ਜਿਹੜੀ ਇਹਨਾਂ ਨੇ ਪਾਲਿਸੀ ਬਣਾਉਣੀ ਹੁੰਦੀ ਆ ਉੱਤੇ ਕਈ ਮਹੀਨਿਆਂ ਦੀ ਰਿਸਰਚ ਹੁੰਦੀ ਆ, ਕਈ ਮਹੀਨਿਆਂ ਦਾ ਟਾਈਮ ਲੱਗਦਾ ਹੈ। ਰਾਈਟ, ਇੱਕਦਮ ਤਾਂ ਪਾਲਿਸੀ ਆ ਨਹੀਂ ਸਕਦੀ। ਹਾਂ, ਇਹ ਜਿਹੜਾ ਅੱਜ ਜਿਹੜਾ ਸਿਨੈਰੀਓ ਆਇਆ, ਇਹ ਫਿਊਚਰ 'ਚ ਇਹਦੇ ਲਈ ਕੋਈ ਪਾਲਿਸੀ ਘੜਨੀ ਸ਼ੁਰੂ ਕਰ ਦੇਣ ਤਾਂ ਉਹ ਆਪਾਂ ਕਹਿ ਸਕਦੇ ਹਾਂ। ਪਰ ਇਹ ਤਾਂ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਇਸ ਗੱਲ 'ਤੇ ਵੀ ਹੁਣੇ ਇਨਸਟੈਂਟ ਪਾਲਿਸੀ ਕੋਈ ਆਊਗੀ। ਡਜ਼ਨਟ ਲੁੱਕ ਲਾਈਕ ਦੈਟ ਵੇ। ਓਕੇ, ਅੱਛਾ, ਕੋਈ ਹੋਰ ਵੀ ਇਸ ਤੋਂ ਬਾਅਦ ਹਾਈਕਸ ਆਉਣ ਦੀਆਂ ਉਮੀਦਾਂ ਕਿੰਨੀਆਂ ਕਿਤੇ? ਉਮੀਦਾਂ ਤਾਂ ਹੈ ਭਾਜੀ, ਦਸੰਬਰ ਦੇ ਵਿੱਚ ਫਿਰ ਰਿਵਿਊ ਹੋ ਰਿਹਾ। ਉਮੀਦਾਂ ਤਾਂ ਹੈ ਹਾਈਕ ਆਉਣ ਦੀਆਂ। ਕੀ ਗਵਰਨਮੈਂਟ ਨੂੰ ਇਹ ਲੋਕਾਂ ਦੀ ਤੰਗੀ ਜਾਂ ਇਹ ਸਾਰਾ ਕੁਝ ਲੱਭਦਾ ਨਹੀਂ ਪਿਆ ਕਿ ਵਾਕਈ ਚੀਜ਼ ਨਾਲ ਇਨਫਲੇਸ਼ਨ ਕੰਟਰੋਲ ਹੋ ਰਿਹਾ? ਤੁਹਾਨੂੰ ਲੱਗਦਾ? ਇਹ ਭਾਜੀ ਐਕਸਪਰਟਸ ਦਾ ਸਵਾਲ ਆ, ਜਿਹੜੇ ਫਾਈਨੈਂਸ਼ੀਅਲ ਐਕਸਪਰਟਸ ਆ। ਮੈਂ ਜ਼ਿਆਦਾਤਰ ਮੌਰਗੇਜ ਐਕਸਪਰਟ ਆ। ਨਹੀਂ, ਬਿਲਕੁਲ। ਮੈਂ ਇਹਦੇ 'ਤੇ ਇਹ ਸੋਚਦਾ ਕਿ ਇਹਨਾਂ ਨੂੰ ਕੋਈ ਹੋਰ ਟੂਲ ਉਹਨਾਂ ਨੂੰ ਕੋਈ ਹੋਰ ਟੂਲ ਲੱਭਣਾ ਚਾਹੀਦਾ ਇਸ ਚੀਜ਼ ਨੂੰ ਵਰਕਆਊਟ ਕਰਨ ਲਈ। ਕੋਈ ਫਿਗਰ ਆਊਟ ਕਰਨਾ ਚਾਹੀਦਾ। ਜੇ ਤੁਸੀਂ ਇਨਫਲੇਸ਼ਨ ਨੂੰ ਘਟਾਉਣ ਲਈ ਤੁਸੀਂ ਆਪਣੀ ਡਿਮਾਂਡ ਘਟਾਉਣੀ ਚਾਹੁੰਦੇ ਆ, ਦੇयर ਸ਼ੁੱਡ ਬੀ ਸਮਥਿੰਗ ਐਲਸ। ਇਹਦੇ ਨਾਲ ਤਾਂ ਇਹ ਹੋ ਗਿਆ ਕਿ ਲੋਕਾਂ ਦੀ ਉਨੀ ਤਾਂ ਮਹਿੰਗਾਈ ਨਹੀਂ ਇਫੈਕਟ ਕਰ ਰਹੀ ਸੀ ਜਿੰਨੀ ਉਹਨਾਂ ਨੂੰ ਪੇਮੈਂਟ ਇਸ ਟਾਈਮ ਇਫੈਕਟ ਕਰ ਰਹੀ ਆ। ਪਰ ਜੇ ਇਹ ਆ ਵੀ ਇਹ ਟੈਂਪਰੇਰੀ ਆ, ਜੇ ਇੰਟਰਸਟ ਰੇਟ ਇਹਨਾਂ ਨੇ ਈਅਰ ਔਰ ਸੋ ਫਿਰ ਥੱਲੇ ਲੈ ਕੇ ਆਉਣਗੇ ਤਾਂ ਫਿਰ ਤਾਂ ਠੀਕ ਵੀ ਹੈ। ਫਿਰ ਤਾਂ ਹੈਂਗ ਟਾਈਟ ਕਰਨ ਦੀ ਗੱਲ ਹੈ। ਵੀ ਲੋਕਾਂ ਨੂੰ ਹੌਸਲਾ ਹੀ ਥੋੜਾ ਬਹੁਤਾ ਦੇ ਦੇਣਾ ਵੀ ਇੰਨਾ ਕੁ ਸਮਾਂ ਆਇਆ, ਤੁਸੀਂ ਗਵਰਨਮੈਂਟ ਨਾਲ ਸਾਥ ਦਿਓ ਸਾਡਾ, ਅਸੀਂ ਇਸ ਢੰਗ ਪਲਾਨ ਦੱਸਣ, ਮਤਲਬ ਲੋਕਾਂ ਨੂੰ ਟਰਾਂਸਪੇਰੈਂਸੀ ਤੇ ਹੋਏ ਥੋੜੀ ਬਹੁਤ। ਮੈਨੂੰ ਇਹਦੇ ਵਿੱਚ ਇਹ ਲੱਗਦਾ ਕਿ ਜਿਨ੍ਹਾਂ ਪੋਲੀਟੀਸ਼ੀਅਨਸ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਆ ਹੁਣ ਤੱਕ। ਉਹਨਾਂ ਨੂੰ ਕੁਛ ਨਾ ਕੁਛ ਮਤਲਬ ਲੋਕਾਂ ਦੀਆਂ ਤੰਗੀਆਂ ਨੂੰ ਉਸ ਲੈਵਲ ਦੇ ਉੱਤੇ ਚੁੱਕਣਾ ਚਾਹੀਦਾ। ਕਿਉਂਕਿ ਹੁਣ ਲੋਕ ਤੇ ਇਲਜ਼ਾਮ ਲਾ ਰਹੇ ਨੇ ਵੀ ਗਵਰਨਮੈਂਟ ਆਪਣਾ ਉਹ ਕਮਜ਼ੋਰੀਆਂ ਲੁਕਾਉਣ ਵਾਸਤੇ ਇੱਧਰ ਜ਼ੋਰ ਲਾਈ ਜਾ ਰਿਹਾ, ਵੀ ਧਿਆਨ ਉਸ ਪਾਸੇ ਨਾ ਜਾਏ। ਚਲੋ ਖੈਰ, ਉਹ ਇੱਕ ਸਿਆਸੀ ਸਵਾਲ ਆ ਜਾਂਦਾ, ਪਰ ਆਫਟਰ ਆਲ ਆਮ ਲੋਕ ਵੀ ਉਸ ਚੀਜ਼ ਨਾਲ ਕਿਤੇ ਨਾ ਕਿਤੇ ਸਹਿਮਤ ਵੀ ਹੋ ਰਹੇ ਆ ਵੀ ਹਾਂ, ਵੀ ਆਪਣੀਆਂ ਕਮੀਆਂ ਨੇ, ਗਵਰਨਮੈਂਟ ਦੀਆਂ ਆਪਣੀਆਂ ਨਾਕਾਮਯਾਬੀਆਂ ਨੇ, ਜਿਹਦੇ ਕਰਕੇ ਉਹਨਾਂ ਨੇ ਇਹ ਇੱਕ ਢੰਗ ਤਰੀਕਾ ਲੱਭ ਲਿਆ ਵੀ ਇਹਦੇ ਨਾਲ ਇੱਕ ਟੈਂਪਰੇਰੀ ਜਿਹਾ ਸੋਲੂਸ਼ਨ ਲੱਭ ਜੂਗਾ। ਪਰ ਕੱਲ ਨੂੰ ਜਦੋਂ ਹੁਣ ਵੇਖੋ, ਪਹਿਲਾਂ ਤਾਂ ਇੰਟਰਸਟ ਰੇਟ ਘਟਾਉਣ ਦੀ ਕੀ ਲੋੜ ਸੀਗੀ ਇਸ ਲੈਵਲ ਤੱਕ? ਜੇ ਇਸ ਲੈਵਲ ਤੱਕ ਘਟਾ ਕੇ ਇੰਨੀ ਛਾਲ ਮਾਰਨੀ ਸੀਗੀ ਫਿਰ ਵਧਾਉਣ ਲੱਗਿਆ ਥੋੜਾ ਸੋਚ ਲੈਂਦੇ। ਹੁਣ ਜਦੋਂ ਇਸ ਤੋਂ ਬਾਅਦ ਇੱਕ ਨਵੀਆਂ ਤੰਗੀਆਂ ਪੈਦਾ ਹੋਣਗੀਆਂ, ਲੋਕੀ ਘਰ ਛੱਡਣਗੇ, ਬੈਂਕਰਪਟ ਹੋਣਗੇ, ਬੈਂਕਾਂ ਕੋਲ ਵਾਪਸ ਜਾਣਗੇ, ਕਈ ਕੁਝ ਹੋਊਗਾ, ਫਿਰ ਉਹ ਇੱਕ ਨਵੀਂ ਸਮੱਸਿਆ ਪੈਦਾ ਹੋ ਜੂਗੀ। ਉਹਨੂੰ ਹੱਲ ਕਰਨ ਲਈ ਫਿਰ ਹੋਰ ਕੋਈ ਸੋਲੂਸ਼ਨ ਲੱਭਣਗੇ। ਅਹੈਡ ਆਫ ਟਾਈਮ ਪਲੈਨਿੰਗ ਇਸ ਢੰਗ ਤਰੀਕੇ ਨਾਲ ਕਿਉਂ ਨਹੀਂ ਕੀਤੀ ਜਾਂਦੀ? ਹਾਂਜੀ ਵੀਰ ਜੀ, ਇਹਨਾਂ ਨੂੰ ਮੈਂ ਇੱਕ ਐਕਸਪਰਟਸ ਨਾਲ ਵੀ ਗੱਲ ਕਰ ਰਿਹਾ ਸੀ, ਮੈਂ ਉਹਨਾਂ ਨਾਲ ਗੱਲ ਕੀਤੀ ਸੀ। ਉਹ ਜਿਹੜਾ ਇਹਨਾਂ ਨੂੰ ਅਸਲ ਦੇ ਵਿੱਚ ਜਿਹੜਾ 2% ਇਨਫਲੇਸ਼ਨ ਰੇਟ ਆ, ਟਾਰਗੇਟ ਰੇਟ ਇਹਨਾਂ ਨੇ 2% ਤੇ ਰੱਖਿਆ, ਉਹਨੂੰ ਜੇ ਇਨਕਰੀਜ਼ ਕਰਕੇ 4% ਤੇ ਲਿਆਉਣ ਦਾ ਡਿਸੀਜਨ ਉਸ ਹਿਸਾਬ ਨਾਲ ਲੈਣ ਤਾਂ ਫਿਰ ਥੋੜਾ ਜਿਹਾ ਲੋਕਾਂ ਨੂੰ ਕੋਈ ਰਾਹਤ ਮਿਲ ਸਕਦੀ ਹੈ ਨਾ। ਜਿੰਨਾ ਪੈਸਾ ਮਾਰਕੀਟ ਦੇ ਵਿੱਚ ਆ ਗਿਆ ਪਿਛਲੇ ਕੋਵਿਡ ਦੇ ਟਾਈਮ ਦੇ ਵਿੱਚ, ਜਾਂ ਉਹ ਇਨਫਲੇਸ਼ਨ ਐਡੀ ਈਜ਼ੀ ਕੰਟਰੋਲ ਹੁੰਦੀ ਲੱਗਦੀ ਨਹੀਂ।
ਬਾਕੀ ਤਾਂ ਹੁਣ ਦੇਖਦੇ ਆ ਵੀ ਅੱਛਾ ਫਿਰ ਨੰਬਰਸ ਕੀ ਕਹਿੰਦੇ ਆ। ਨੰਬਰਸ ਕੀ ਅੱਛਾ ਬੀ ਲੈਂਡਰਸ ਵੱਲ ਵੀ ਲੋਕਾਂ ਦਾ ਰੁਝਾਨ ਵੱਧ ਰਿਹਾ ਨਾਲ ਬਹੁਤ ਵੱਧ ਰਿਹਾ ਵੀ ਜੀ। ਇਸ ਟਾਈਮ ਬਹੁਤ ਬੀ ਲੈਂਡਿੰਗ ਕਰ ਰਹੇ ਆ। ਬੀ ਲੈਂਡਿੰਗ ਦੇ ਵਿੱਚ ਇੱਕ ਤਾਂ ਬੀ ਲੈਂਡਿੰਗ ਥੋੜੀ ਜਿਹੀ ਲੀਨੀਅੰਟ ਹੋ ਗਈ ਆ, ਰੇਟ ਤਾਂ ਆਲਮੋਸਟ ਸੇਮ ਹੈ। ਹਾਂ ਕਿਉਂਕਿ ਰੇਟ ਤੇ ਤਾਂ ਵੀ ਕੋਈ ਬੜਾ ਫਰਕ ਨਹੀਂ, ਮੇਨ ਡਿਫਰੈਂਸ ਤਾਂ ਫੀਸ ਦਾ ਹੈ ਜਿਹੜਾ ਫਰਕ ਹੈ। ਤਾਂ ਲੋਕ ਫੀਸ ਦੇ ਕੇ ਫਿਰ ਉਹਨਾਂ ਨਾਲ ਜਾ ਰਹੇ ਆ। ਇਹਦੇ ਨਾਲ ਵੀ ਉਹ ਰੇਸ਼ੀਓਸ ਤੇ ਥੋੜੀ ਜਿਹੀ ਐਕਸੈਪਸ਼ਨ ਬਹੁਤ ਦਿੰਦੇ ਆ। ਫਿਰ ਇਨਕਮ ਉਹਨਾਂ ਨੇ ਜਿਹੜੇ ਸਪੈਸ਼ਲੀ ਬਿਜ਼ਨਸ ਫॉर ਸੈਲਫ ਆ, ਉਹਨਾਂ ਦੀ ਜਿਹੜੀ ਇਨਕਮ ਆ ਉਹ ਵੀ ਬੈਂਕ ਸਟੇਟਮੈਂਟਸ ਤੋਂ ਲੈ ਲੈਣੀ ਆ ਉਹਨਾਂ ਨੇ, ਫਲੋ ਦੇ ਹਿਸਾਬ ਨਾਲ, ਇਨਕਮ ਦੇ ਹਿਸਾਬ ਨਾਲ। ਇਹ ਬੀ ਲੈਂਡਿੰਗ ਬਹੁਤ ਬਿਜ਼ੀ ਹੈ ਇਸ ਟਾਈਮ। ਅਸੀਂ ਬਹੁਤ ਬੀ ਲੈਂਡਿੰਗ ਕਰ ਰਹੇ ਹਾਂ। ਜਿੰਨੀ ਏ ਲੈਂਡਿੰਗ ਕੀਤੀ ਆ ਪਿਛਲੇ 2 ਸਾਲਾਂ ਦੇ ਵਿੱਚ, ਹੁਣ ਬੀ ਲੈਂਡਿੰਗ ਬਹੁਤ ਜ਼ਿਆਦਾ। ਲੋਕ ਇਹ ਛੱਡ ਕੇ ਬੀ 'ਚ ਆ ਰਹੇ ਆ। ਤੇ ਜਿਨ੍ਹਾਂ ਦਾ ਬੀ ਤੱਕ ਵੀ ਹੱਥ ਨਹੀਂ ਪੈ ਰਿਹਾ ਫਿਰ ਤਾਂ ਭਾਜੀ ਪ੍ਰਾਈਵੇਟ ਹੀ ਰਹਿ ਗਈ। ਉਸ ਤੋਂ ਬਾਅਦ ਤਾਂ ਫਿਰ ਜਿਹਨੂੰ ਆਪਾਂ ਸੀ ਲੈਂਡਿੰਗ ਕਹਿੰਦੇ ਆ, ਦੈਟਸ ਦ ਰੇਟਸ ਆਰ ਟੂ ਹਾਈ। ਈਵਨ 10% ਦੇ ਫਸਟ ਮਾਰਗੇਜ ਹੋ ਰਹੀ ਆ, 14-15% ਤੇ ਸੈਕੰਡ ਮਾਰਗੇਜ ਹੋ ਰਹੀ ਆ। ਹੁਣ ਤਾਂ ਜਿਹੜੇ ਬਹੁਤ ਜ਼ਿਆਦਾ ਸਟੱਕ ਆ ਉਹੀ ਜਾ ਰਹੇ ਆ ਪ੍ਰਾਈਵੇਟ ਨੂੰ। ਹੋਲਡ ਨਹੀਂ ਕਰ ਸਕਦੇ ਤੁਸੀਂ ਇੰਨੀ ਹਾਈ ਰੇਟ ਨੂੰ। ਇਟਸ ਵੈਰੀ ਹਾਰਡ। ਅੱਛਾ ਲੋਕ ਕਿਵੇਂ ਦੀਆਂ ਸਮੱਸਿਆਵਾਂ ਲੈ ਕੇ ਆ ਰਹੇ ਨੇ ਤੁਹਾਡੇ ਕੋਲ? ਤੇ ਤਰ੍ਹਾਂ ਦੀਆਂ ਕਾਲਾਂ। ਮੈਂ ਤੁਹਾਨੂੰ ਦੱਸਿਆ ਵੀ ਜੀ, ਮੇਨ ਜਿਹੜੀ ਸਮੱਸਿਆ ਜਿਹੜੀ ਕੰਸਟਰਕਸ਼ਨ ਮਾਰਗੇਜ ਦੀ ਆਪਾਂ ਗੱਲ ਕਰਕੇ ਹਟੇ, ਇਹ ਇੱਕ ਬਹੁਤ ਜ਼ਿਆਦਾ ਇਨਕੁਆਰੀ ਆ ਰਹੀ ਹੈ ਇਹਦੀ ਬਹੁਤ ਜ਼ਿਆਦਾ। ਇੱਕ ਫਿਕਸ ਮਾਰਗੇਜ ਫਿਕਸ ਕਰ ਦਈਏ, ਕਿਤੇ ਰੇਟ ਲੋ ਮਿਲ ਜੇ ਥੋੜਾ ਜਿਹਾ ਵੀ ਤਾਂ ਮਾਰਗੇਜ ਫਿਕਸ ਕਰ ਦਈਏ, ਇਹਦੀਆਂ ਬਹੁਤ ਇਨਕੁਆਰੀਜ਼ ਆ ਰਹੀਆਂ। ਓਕੇ। ਤੀਜੀ ਇਨਕੁਆਰੀਜ਼ ਇਹ ਆ ਰਹੀ ਆ ਵੀ ਜਿਹੜੀ ਬੀ ਲੈਂਡਿੰਗ ਦੀ ਇਨਕੁਆਰੀ ਬਹੁਤ ਆ ਰਹੀ ਆ ਵੀ ਸਾਨੂੰ ਜੇ ਥੋੜੇ ਜਿਹੇ ਪੈਸੇ ਵੀ ਐਕਸਟਰਾ ਮਿਲ ਜਾਣ ਫॉर ਸਰਵਾਈਵਿੰਗ ਤਾਂ ਸਾਨੂੰ ਏ ਤੋਂ ਬੀ ਲੈ ਜਾਓ, ਫਿਰ ਵਾਪਸ ਜਦੋਂ ਥੋੜਾ ਜਿਹਾ ਠੀਕ ਹੋ ਜਾਊਗਾ ਮਾਹੌਲ ਆਪਾਂ ਬੀ ਤੋਂ ਏ ਵਾਪਸ ਆ ਜਾਵਾਂਗੇ। ਅੱਛਾ। ਇਹ ਇਦਾਂ ਦੀਆਂ ਬਹੁਤ ਇਨਕੁਆਰੀਜ਼ ਆ ਰਹੀਆਂ। ਪ੍ਰਾਈਵੇਟ ਨੂੰ ਹੁਣ ਬਹੁਤ ਇਨਕੁਆਰੀਜ਼ ਆ ਰਹੀਆਂ ਪ੍ਰਾਈਵੇਟ ਮਾਰਗੇਜ ਦੀਆਂ, ਪਰ ਪ੍ਰਾਈਵੇਟ ਮਾਰਗੇਜ ਲਈ ਫੰਡਸ ਲੱਭਣੇ ਹੁਣ ਇਸ ਟਾਈਮ ਥੋੜੇ ਜਿਹੇ ਹਾਰਡ ਹੋਏ ਵੇ ਆ। ਲੈਂਡਰਸ ਵੀ ਥੋੜੇ ਜਿਹੇ ਡਰੇ ਹੋਏ ਆ। ਓਕੇ। ਤਾਂ ਇਹ ਗੁੱਡ ਸਿਨੈਰੀਓ ਨਹੀਂ ਹੈ। ਹਾਂਜੀ। ਅੱਛਾ ਹੁਣ ਇਹਦੇ ਨਾਲ ਜੇ ਅਸੀਂ ਘਰਾਂ ਦੀਆਂ ਪ੍ਰਾਈਸਿਸ ਤੇ ਨੋ ਡਾਊਟ ਤੁਸੀਂ ਰੀਅਲਟਰ ਨਹੀਂ, ਤੁਸੀਂ ਉਹ ਮਾਰਗੇਜ ਐਡਵਾਈਜ਼ਰ ਹੋ, ਪਰ ਫਿਰ ਵੀ ਤੁਹਾਡਾ ਸੰਬੰਧ ਨਾਲ ਘਰਾਂ ਦੀਆਂ ਕੀਮਤਾਂ ਦੇ ਨਾਲ ਵੀ ਜੁੜਦਾ ਨਾ, ਕਿਉਂਕਿ ਜਦੋਂ ਬੰਦਾ ਆਪਣੀ ਫਾਈਲ ਲੈ ਕੇ ਆਉਂਦਾ ਪਹਿਲਾਂ ਘਰ ਹੀ ਦੇਖਦੇ ਹੋ ਵੀ ਕਿਹੜਾ ਹੈ ਤੇ ਕੀ ਵੈਲਿਊ ਹੈ ਨਾ। ਹੁਣ ਉੱਤੇ ਕਿੰਨਾ ਕਸਰ ਪੈ ਰਿਹਾ, ਉਹਦੇ ਬਾਰੇ ਤੁਹਾਡਾ ਕੀ ਕਿਆਸ ਲੱਗਦੇ ਵੀ ਆਉਣ ਵਾਲੇ ਸਮੇਂ 'ਚ ਉਹਦੀ ਸਿਚੁਏਸ਼ਨ ਕਿੱਧਰ ਜਾਊਗੀ? ਮੇਰਾ ਅੰਦਾਜ਼ਾ ਬਾਈ ਜੀ, ਮੈਂ ਦੇਖ ਰਿਹਾ ਜਿਹੜੇ ਨਵੇਂ ਕੰਟਰੈਕਟ ਆ ਰਹੇ ਆ ਕਈਆਂ ਸਿਟੀਆਂ ਦੇ ਵਿੱਚ ਤਾਂ 30% ਤੱਕ ਵੀ, 27 ਤੋਂ 30, 25 ਤੋਂ 30% ਤੱਕ ਵੀ ਜਿਹੜਾ ਰੇਟਸ ਥੱਲੇ ਆ ਚੁੱਕੇ ਆ। ਤੇ ਕਈ ਜਿਵੇਂ ਸਿਟੀਜ਼ ਲਾਈਕ ਵੈਨਕੂਵਰ ਦੇ ਵਿੱਚ ਕੋਈ ਬੜਾ ਇਫੈਕਟ ਨਹੀਂ ਪਿਆ ਹੋਇਆ। ਕਈਆਂ ਸਿਟੀਜ਼ ਦੇ ਵਿੱਚ ਤਾਂ ਬਹੁਤ ਇਫੈਕਟ ਪਿਆ ਵਾ, ਲਾਈਕ ਸਪੈਸ਼ਲੀ ਲਾਈਕ ਚਿਲਾਵੈਕ ਮਿਸ਼ਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਸ ਚੀਜ਼ ਦਾ ਇਫੈਕਟ ਹੈ। ਹਾਂਜੀ, ਬਹੁਤ ਜ਼ਿਆਦਾ। ਅੱਛਾ, ਸਰੀ ਵਾਲੇ ਏਰੀਆ ਵੱਲ ਜਾਂ ਹੋਰ ਅਸੀਂ ਗਾਂ ਕਿੰਨੀ ਕੁ ਉਮੀਦ ਰੱਖੀਏ ਵੀ ਗਾਂ ਜੇ ਹੋਰ ਵੀ ਹਾਈਕਸ ਆਉਂਦੀਆਂ ਨੇ ਉਹਦੇ ਨਾਲ ਕਿੰਨੀ ਕੁ ਕਰੈਕਸ਼ਨ ਹੋਰ ਹੋਊਗੀ? ਇਹ ਤਾਂ ਭਾਜੀ ਮਾਰਕੀਟ ਵੈਲੂਏਸ਼ਨ ਦਾ ਸਵਾਲ ਹੈ। ਇਹ ਮੈਨੂੰ ਲੱਗਦਾ ਨਹੀਂ ਹੁਣ, ਕਿਉਂਕਿ ਜਿਹੜੀ ਅਗਸਤ ਦੇ ਵਿੱਚ ਜਿੱਥੇ ਮਾਰਕੀਟ ਖੜੀ ਸੀ, ਕੋਈ ਅਕਤੂਬਰ ਦੇ ਵਿੱਚ ਮਾਰਕੀਟ ਉਦੋਂ ਬਹੁਤ ਜ਼ਿਆਦਾ ਡਾਊਨ ਨਹੀਂ ਹੈ। ਓਕੇ। ਉੱਥੇ ਕੀ ਹੈ ਮਾਰਕੀਟ, ਉੱਥੇ ਕੀ ਹੈ। ਸੋ ਬਾਕੀ ਤਾਂ ਹੁਣ ਟਾਈਮ ਮਤਲਬ ਪਹਿਲਾਂ ਹੀ ਇਹ ਸਾਰਾ ਜਿਹੜਾ ਰਿਸਕ ਸੀਗਾ ਪਹਿਲਾਂ ਹੀ ਕੈਲਕੂਲੇਟ ਹੋ ਚੁੱਕਿਆ ਸੀ ਮੈਨੂੰ ਲੱਗਦਾ ਹੋ ਚੁੱਕਿਆ ਸੀ। ਤੇ ਹੋ ਸਕਦਾ ਆਉਣ ਵਾਲੇ ਸਮੇਂ ਵਾਲਾ ਰਿਸਕ ਵੀ ਤਕਰੀਬਨ ਜਿੰਨਾ ਕੁ ਸੀਗਾ ਉਹ ਕੈਲਕੂਲੇਟ ਹੋ ਕੇ ਹੀ ਉਹਨਾਂ ਕੁ ਪ੍ਰਾਈਸ ਡਾਊਨ ਆਲਰੇਡੀ ਗਿਆ ਵੀ ਇੰਨਾ ਕੁ ਹੋਰ ਵੀ ਜਾ ਸਕਦਾ। ਅੱਛਾ, ਅਖੀਰ ਦੇ ਵਿੱਚ ਜਾਂਦੇ ਜ਼ਿਆਦਾ ਕਿਹੜੇ ਲੋਕ ਤੰਗ ਹੋ ਰਹੇ ਨੇ ਕਿ ਜਿਨ੍ਹਾਂ ਨੇ ਇਹ ਪਿਛਲੇ ਵਧੇ ਸਮੇਂ ਦੇ ਵਿੱਚ, ਜੋ ਇੱਕ ਪਿਛਲੇ ਸਾਲਾਂ ਦੇ ਵਿੱਚ ਬਹੁਤ ਇੱਕ ਵਾਰੀ ਸੈਕਿੰਡ ਹਾਈਕ ਆਈ ਤੇ ਉਦੋਂ ਕਰ ਲਏ, ਜਿਨ੍ਹਾਂ ਨੇ ਉਹ ਜ਼ਿਆਦਾ ਔਖੇ ਹੋ ਰਹੇ ਨੇ, ਜਿਨ੍ਹਾਂ ਨੇ ਇੱਕ ਤੋਂ ਜ਼ਿਆਦਾ ਲੈ ਲਏ ਕਿਸੇ ਢੰਗ ਤਰੀਕੇ ਨਾਲ ਉਹ ਹੋ ਰਹੇ ਨੇ, ਜਾਂ ਜਿਨ੍ਹਾਂ ਨੇ ਆਪਣੀ ਵਿੱਥ ਤੋਂ ਹਰ ਕੋਈ ਬੰਦਾ ਇੱਕ ਬੈਟਰ ਜ਼ਿੰਦਗੀ ਵਾਸਤੇ, ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣ ਲਈ ਔਖਿਆਂ ਹੁੰਦਾ ਹੈ ਨਾ, ਪੂਰਾ ਐਨ ਜਿੰਨੀ ਕੁ ਸਾਡੇ ਕੋਲ ਜਗ੍ਹਾ ਹੁੰਦੀ ਹੈ ਉਹਨਾਂ ਕਢਾ ਲੈਂਦਾ ਚੀਜ਼ ਵੀ ਚੱਲ ਇਸੇ ਤਰੀਕੇ ਨਾਲ ਬੰਦਾ ਕਹਿੰਦਾ ਚੀਜ਼ ਬਣ ਗਈ ਯਾਰ, ਚੀਜ਼ ਬਣਾਉਣ ਲੱਗਿਆ ਔਖਿਆਂ ਹੋਣਾ ਹੀ ਪੈਂਦਾ ਹੈ। ਜ਼ਿਆਦਾ ਔਖਿਆਂ ਕੌਣ ਹੋ ਰਿਹਾ ਬੰਦਾ? ਔਖੇ ਤਾਂ ਵੀ ਜੀ ਸਾਰੇ ਹੋ ਰਹੇ ਨੇ, ਪਰ ਜਿਨ੍ਹਾਂ ਬੰਦਿਆਂ ਨੇ ਸਪੈਸ਼ਲੀ ਘਰ ਲਏ ਆ ਪਿਛਲੇ ਦਸੰਬਰ ਤੋਂ ਲੈ ਕੇ ਫੈਬਰਵਰੀ ਦੇ ਵਿਚਾਲੇ 2022 ਹਾਂਜੀ, ਉਸ ਟਾਈਮ ਤੇ ਜਿਨ੍ਹਾਂ ਨੇ ਲਿਆ ਉਹ ਜ਼ਿਆਦਾ ਬੈਡਲੀ ਸਟਕ ਆ। ਅੱਛਾ। ਪ੍ਰਾਈਸਿਸ ਆਰ ਟੂ ਹਾਈ ਦੈਟ ਟਾਈਮ। ਉਹਦੇ ਵਿੱਚ ਵੀ ਜਿਨ੍ਹਾਂ ਨੇ ਇੱਕ ਘਰ ਆ ਰਹਿਣ ਨੂੰ ਲਿਆ, ਉਹ ਤਾਂ ਫਿਰ ਵੀ ਸਰਵਾਈਵਲ 'ਚ ਕਰ ਰਹੇ ਆ ਵੀ ਉਹਨਾਂ ਦਾ ਇੱਕੋ ਹੀ ਘਰ ਆ। ਕਈ ਲੋਕਾਂ ਨੇ ਉਸ ਟਾਈਮ ਆਪਦੇ ਘਰਾਂ ਤੋਂ ਐਕੁਇਟੀਆਂ ਚੱਕ ਕੇ ਹੋਰ ਪ੍ਰਾਪਰਟੀਆਂ ਹੋਲਡ ਕੀਤੀਆਂ ਫਲਿੱਪ ਕਰਨ ਨੂੰ ਜਾਂ ਅੱਗੇ ਵੇਚਣ ਨੂੰ। ਦੋਜ਼ ਗਾਈਜ਼ ਆਰ ਵੈਰੀ ਟਾਈਟ। ਅੱਛਾ। ਉਹ ਬੰਦੇ ਬਹੁਤ ਜ਼ਿਆਦਾ ਟਾਈਟ। ਕੋਈ ਕੇਸਿਸ ਇਦਾਂ ਦੇ ਆਏ ਆ ਵੀ ਜਿਨ੍ਹਾਂ ਕੋਲ ਨਹੀਂ ਮਾਰਗੇਜ ਤਰੀਆਂ ਤੇ ਛੱਡ ਗਏ ਨੇ ਹੁਣ ਤੱਕ? ਹਾਲੇ ਤੱਕ ਵੀ ਜੀ ਮੇਰੇ ਕੋਲੇ ਮੇਰਾ ਕੋਈ ਕਲਾਇੰਟ ਇਦਾਂ ਦਾ ਨਹੀਂ, ਮੇਰੇ ਕੋਲੇ ਨਹੀਂ ਹਾਲੇ ਤੱਕ ਲੋਕ ਮਤਲਬ ਜੂਝ ਹੀ ਰਹੇ ਆ ਲੋਕ ਆਪਣੇ ਜੁਝਾਰੂ ਨੇ। ਨਨ ਆਫ ਅ ਸਿੰਗਲ ਕਲਾਇੰਟ ਕਿ ਮੈਂ ਕਹਿ ਸਕਾਂ ਵੀ ਜਿਹਨੇ ਮੇਰੇ ਨਾਲ ਡੀਲ ਕੀਤਾ ਹੋਵੇ ਤੇ ਉਹ ਹੁਣ ਤੱਕ ਫੋਰਕਲੋਜ਼ਿੰਗ ਹੋ ਗਈ ਹੈ, ਨਹੀਂ ਹੋਈ ਹੈ।
ਅੱਛਾ, ਨਹੀਂ ਹੋਈ। ਕਿਸੇ ਨੇ ਹਲੇ ਤੱਕ ਨਹੀਂ ਛੱਡੇ ਨਹੀਂ। ਕਿਦਾਂ ਤਾਂ ਨਹੀਂ ਤੁਸੀਂ ਕਰਦੇ ਤਗੜੇ ਬੰਦਿਆਂ ਨਾਲੋਂ? ਨਹੀਂ ਇਹ ਤਾਂ ਨਹੀਂ ਹੈ, ਉਹਦਾ ਜੋ ਜਿਹੜੇ ਆ ਗਏ ਹਨ ਉਹਨਾਂ ਨਾਲ। ਹਾਂਜੀ ਅੱਛਾ, ਕਿਉਂਕਿ ਆਪਣੇ ਲੋਕ ਜੁਝਾਰੂ ਵੀ ਨੇ, ਜੁਝਾਰੂ ਵੀ ਨੇ, ਉਹ ਆਪਣੀ ਲੜਨਾ ਵੀ ਕਮਿਊਨਿਟੀ ਜਾਣਦੇ ਆ, ਉਹ ਜੇ ਰਿਸਕ ਲੈ ਕੇ ਵਧਣਾ ਜਾਣਦੇ ਆ, ਉਹ ਜੇ ਥੋੜੇ ਸਮੇਂ ਦੇ ਵਿੱਚ ਇਹਨਾਂ ਗਰੋ ਹੋਣਾ ਜਾਣਦੇ ਤੇ ਉਹਨਾਂ ਨੂੰ ਫਿਰ ਇਹਨਾਂ ਸਮਿਆਂ ਦੇ ਵਿੱਚ ਡੀਲ ਕਰਨਾ ਵੀ ਆਉਂਦਾ ਹੈ ਬਾਈ ਜੀ। ਬਾਕੀ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਕੁਆਲਿਟੀ ਵੀ ਆ ਵੀ ਇੱਕ ਦੂਜੇ ਦੀ ਮਦਦ ਵੀ ਕਰਦੇ ਆ। ਹਾਂ, ਜੇ ਕੋਈ ਇੱਕ ਬੰਦਾ ਆਪਣੇ ਚੋਂ ਤੰਗ ਹੋ ਰਿਹਾ ਨਾ, ਉਹਦੇ ਭਾਈਬੰਦ, ਉਹਦੇ ਰਿਸ਼ਤੇਦਾਰ ਮਦਦ ਵੀ ਕਰਦੇ ਆ। ਬਿਲਕੁਲ ਠੀਕ ਹੈ। ਅਸੀਂ ਦੇਖਦੇ ਆ, ਉਹ ਫਾਈਨੈਂਸ਼ੀਅਲੀ ਤਾਂ ਮੈਂ ਦੇਖਦਾ ਹੀ ਆ ਆਲਵੇਜ਼, ਹਾਂ ਬਹੁਤ ਮਦਦ ਕਰਦੇ ਆ। ਮਦਦ ਹੁੰਦੀ ਹੈ। ਜਾਂਦੇ ਜਾਂਦੇ ਥੋੜਾ ਹੌਸਲਾ ਦੇ ਦਿਓ ਜੀ ਕਿਸੇ ਢੰਗ ਤਰੀਕੇ ਨਾਲ। ਨਹੀਂ ਬਸ ਹੈਂਗ ਟਾਈਟ ਕਰਨ ਦਾ ਟਾਈਮ ਆ। ਵੀ ਹੋਪ ਸਮਰ ਤੱਕ ਸਿਨੈਰੀਓਜ਼ ਗੈਟ ਬੈਟਰ। ਚਲੋ ਠੀਕ ਹੈ। ਨਹੀਂ ਇਹ ਵੀ ਬਹੁਤ ਆ, ਜੇ ਏਸੀ ਇੰਨੀ ਕਾਸ ਉਮੀਦ ਵੱਜੇ ਨਾ ਵੀ ਬਈ ਕੋਈ ਗੱਲ ਨਹੀਂ ਆ, 6 ਮਹੀਨੇ ਆ, ਆਪਾਂ ਰਲ ਮਿਲ ਕੇ ਇੱਕ ਦੂਜੇ ਦੀ ਮਦਦ ਕਰਕੇ ਕੱਢ ਲਵਾਂਗੇ ਗਾਂ। ਫਿਰ ਵਾਧੇ ਘਾਟੇ ਜੇ ਇੱਥੋਂ ਕਮਾਏ ਨੇ ਤੇ ਥੋੜੇ ਬਹੁਤੇ ਚੱਲ ਜਾਣਗੇ ਤੇ ਕੋਈ ਗੱਲ ਨਹੀਂ, ਵਾਪਸ ਆਉਣੇ ਵੀ ਇੱਥੋਂ ਹੀ ਆ, ਇਸੇ ਜ਼ਮੀਨ ਹੀ ਮੁੜ ਕੇ ਵਾਪਸ ਦੇਣੇ ਆ, ਇਹਨਾਂ ਕੰਮਾਂ ਕਾਰਾਂ 'ਚ ਵਾਪਸ ਮੁੜਨੇ। ਭੁੱਲਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਥੈਂਕ ਯੂ ਫॉर ਹੈਵਿੰਗ ਮੀ। ਸੋ ਇਸ ਸਤਬੀਰ ਭੁੱਲਰ ਮਾਰਗੇਜ ਤੋਂ ਸਤਬੀਰ ਭੁੱਲਰ ਬਈ ਬਾਕੀ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ। ਹਰ ਇੱਕ ਗੱਲ ਦਾ ਜਿਹੜਾ ਹੱਲ ਸੋਲੂਸ਼ਨ ਹੈ, ਕਈ ਵਾਰੀ ਸਮਾਂ ਥੋੜਾ ਲੱਗ ਜਾਂਦਾ, ਸੋ ਨੈਗੇਟਿਵ ਹੋਣ ਦੀ ਲੋੜ ਨਹੀਂ, ਐਂਡ ਪੋਜ਼ਿਟਿਵ ਰਹਿਣ ਦੀ ਲੋੜ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।